ਹੈਲੋ ਸਟੂਡੈਂਟਸ। ਅੱਜ ਦਾ ਜਿਹੜਾ ਵੀਡੀਓ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਬਣਾਉਣ ਦੀ ਕਿ ਜਦੋਂ ਤੁਸੀਂ ਕੈਨੇਡਾ ਆ ਜਾਂਦੇ ਹੋ ਤੇ ਤੁਸੀਂ ਆਪਣੇ ਆਪ ਨੂੰ ਜੌਬ ਰੈਡੀ ਕਿਸ ਤਰ੍ਹਾਂ ਕਰਦੇ ਹੋ। ਸੋ ਸਭ ਤੋਂ ਪਹਿਲੇ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਜੌਬ ਰੈਡੀ ਕੀ ਹੁੰਦੀ ਹੈ ਸਿਚੁਏਸ਼ਨ। ਵਾਟ ਡੂ ਯੂ ਮੀਨ ਬਾਈ ਰੈਡਿੰਗ ਫॉर ਅ ਜੌਬ, ਆਪਣੇ ਆਪ ਨੂੰ ਕਿਸ ਤਰ੍ਹਾਂ ਪ੍ਰਿਪੇਅਰ ਕਰਨਾ ਹੈ। ਸੋ ਸਭ ਤੋਂ ਪਹਿਲੀ ਚੀਜ਼ ਹੈਗੀ ਹੈ ਕਿ ਕਦੀ ਵੀ ਕੋਈ ਜੌਬ ਨੂੰ ਅਪਲਾਈ ਕਰ ਰਹੇ ਹੋ, ਸਭ ਤੋਂ ਪਹਿਲੀ ਚੀਜ਼ ਤਾਂ ਆਪਣੇ ਦਿਮਾਗ 'ਚ ਜ਼ਰੂਰ ਰੱਖੋ ਕਿ ਕੀ ਪਰਪਸ ਹੈ ਜਿਹਦੇ ਕਰਕੇ ਤੁਸੀਂ ਇੱਥੇ ਆਏ ਸੀਗੇ। ਦੂਸਰੀ ਚੀਜ਼ ਹੈ ਵੈ ਕਿ ਇਸ ਤਰ੍ਹਾਂ ਕਿਸੇ ਵੀ ਜੌਬ ਲਈ ਹੋ ਸਕਦਾ ਹੈ ਕਿ ਤੁਸੀਂ ਕੋਈ ਨਾ ਕੋਈ ਹੋ ਸਕਦਾ ਹੈ ਸਕਿੱਲ ਸੈਟ ਮੈਚ ਕਰ ਰਹੇ ਹੋ ਔਰ ਕੋਈ ਨਾ ਕੋਈ ਸਕਿੱਲ ਸੈਟ ਨਹੀਂ ਮੈਚ ਕਰ ਰਹੇ। ਇਟਸ ਕੁਆਇਟ ਪੋਸੀਬਲ। ਜੇ ਉਹਨਾਂ ਨੇ ਜੌਬ ਰਿਸਪੌਂਸਿਬਿਲਿਟੀ ਵਿੱਚ ਮੰਨ ਲਓ 10 ਪੁਆਇੰਟਸ ਲਿਖੇ ਆ, ਇਹ ਬੜਾ ਰੇਅਰ ਹੋਏਗਾ ਕਿ ਤੁਹਾਨੂੰ ਉਹ ਸਾਰੇ 10 ਪੁਆਇੰਟਸ ਜਿਹੜੇ ਆ ਤੁਸੀਂ ਟਿਕ ਕਰ ਰਹੇ ਹੋ, ਰਾਈਟ। ਸੋ ਇਹ ਚੀਜ਼ ਹਮੇਸ਼ਾ ਦਿਮਾਗ 'ਚ ਰੱਖਣਾ ਕਿ ਜੇ ਤੁਸੀਂ ਕਿਸੇ ਵੀ ਸਕਿੱਲ ਸੈਟ ਨੂੰ ਮੈਚ ਨਹੀਂ ਕਰ ਰਹੇ, ਲੇਕਿਨ ਘੱਟ ਤੋਂ ਘੱਟ ਤੁਸੀਂ ਉਸ EMPLOYER ਦੇ ਮਾਈਂਡਸੈਟ ਨੂੰ ਜ਼ਰੂਰ ਮੈਚ ਕਰ ਲਓ। ਇਹਦਾ ਜਿਹੜਾ ਸਿੰਪਲ ਅੰਡਰਸਟੈਂਡਿੰਗ ਹੈ ਉਹ ਇਹ ਹੈ ਕਿ ਜਦੋਂ ਵੀ ਤੁਸੀਂ ਇੱਕ ਇੰਟਰਵਿਊ ਲਈ ਤਿਆਰੀ ਕਰਦੇ ਹੋ, ਕੋਸ਼ਿਸ਼ ਕਰੋ ਕਿ ਤੁਹਾਡੇ ਕੋਲ ਹਰ ਇੱਕ ਰਿਸਪੌਂਸਿਬਿਲਿਟੀ ਦਾ ਜਵਾਬ ਹੋਏ ਜਿਹੜਾ ਕਿ ਉਹਨਾਂ ਨੇ ਤੁਹਾਨੂੰ ਪੁੱਛਣਾ ਹੈ ਜਦੋਂ ਤੁਸੀਂ ਆਪਣਾ ਰਿਜ਼ਿਊਮੇ ਉਹਨਾਂ ਨੂੰ ਦਿਖਾਉਣਾ ਹੈ। ਔਰ ਇਸੇ ਕਰਕੇ ਮੈਂ ਪੁਆਇੰਟ ਨੰਬਰ ਜਿਹੜਾ 1 ਮੈਂ ਸ਼ੇਅਰ ਕੀਤਾ ਸੀ ਉਹਦੇ 'ਤੇ ਵਾਪਸ ਜਾਊਂਗਾ ਕਿ ਤੁਹਾਡਾ ਕੀ ਪਰਪਸ ਸੀ ਇੱਥੇ ਆਉਣ ਦਾ। ਕਿ ਤੁਸੀਂ ਇੱਥੇ ਆਏ ਹੋ ਕਿ ਚਲੋ ਮੈਨੂੰ ਕੋਈ ਵੀ ਕੰਮ ਮਿਲ ਜਾਏ ਮੈਂ ਕਰ ਲਾਂ, ਜਿੰਨੀ ਮਰਜ਼ੀ ਪੇ ਹੋਏ ਮੈਂ ਕਰ ਲਾਂ ਕਿਉਂਕਿ ਹਾਲੇ ਮੇਰੀ ਸ਼ੁਰੂਆਤ ਹੈ। ਜੇ ਤੁਸੀਂ ਆਪਣੇ ਆਪ ਨੂੰ ਹੀ ਅੰਡਰ ਸੈਲ ਕਰ ਰਹੇ ਹੋ ਤੇ ਫਿਰ ਕੋਈ ਵੀ EMPLOYER ਤੁਹਾਨੂੰ ਓਵਰ ਬਾਏ ਨਹੀਂ ਕਰੇਗਾ। ਸੋ ਇਸ ਕਰਕੇ ਸਭ ਤੋਂ ਪਹਿਲੇ ਤਾਂ ਆਪਣਾ ਪਰਪਸ ਯਾਦ ਰੱਖੋ ਕਿ ਤੁਸੀਂ ਇੱਥੇ ਕਰਨ ਕੀ ਆਏ ਸੀਗੇ, ਔਰ ਦੂਸਰਾ ਕਿੰਨਾ ਅੱਛਾ ਕਰਨਾ ਚਾਹੁੰਦੇ ਹੋ ਔਰ ਕਿੰਨੇ ਜਲਦੀ ਕਰਨਾ ਚਾਹੁੰਦੇ ਹੋ। ਜਦ ਅਸੀਂ ਇਹ ਕਹਿੰਦੇ ਹਾਂ ਕਿ ਕੈਨੇਡਾ ਇਜ਼ ਅ ਲੈਂਡ ਆਫ ਓਪਰਚੁਨਿਟੀ, ਥੋੜਾ ਜਿਹਾ ਟਫ ਹੀ ਹੋ ਗਿਆ। ਮੇ ਬੀ ਇਟਸ ਨਾਟ ਐਜ਼ ਮਚ ਅ ਲੈਂਡ ਆਫ ਓਪਰਚੁਨਿਟੀ ਐਜ਼ ਇਟ ਵਾਜ਼ ਇਨ ਦ ਪਾਸਟ, ਕਿਉਂਕਿ ਜੇ ਅਸੀਂ ਆਪਣੇ ਕਿਸੇ ਵੀ ਸੋਸ਼ਲ ਮੀਡੀਆ ਗਰੁੱਪਸ 'ਤੇ ਦੇਖੀਏ ਤਾਂ ਬਹੁਤ ਸਾਰੇ ਇਸ ਤਰ੍ਹਾਂ ਦੇ ਸਟੂਡੈਂਟਸ ਹੈ ਜਾਂ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਹੈ ਜਿਹੜੇ ਵਰਕ ਪਰਮਿਟ 'ਤੇ ਆਏ ਸੀ, ਪਰਮਾਨੈਂਟ ਰੈਜ਼ੀਡੈਂਸੀ 'ਤੇ ਆਏ ਸੀਗੇ, ਲੇਕਿਨ ਉਹਨਾਂ ਨੂੰ ਆਪਣੀ ਜੌਬਸ ਨਹੀਂ ਮਿਲ ਪਾ ਰਹੀਆਂ, ਆਪਣੀ ਮਰਜ਼ੀ ਦੀਆਂ ਜੌਬਸ ਨਹੀਂ ਮਿਲ ਪਾ ਰਹੀਆਂ, ਜਾਂ ਹੋ ਸਕਦਾ ਹੈ ਇਸ ਤਰ੍ਹਾਂ ਦੀ ਜੌਬ ਨਹੀਂ ਮਿਲ ਪਾ ਰਹੀ ਜਿਹੜੀ ਉਹਨਾਂ ਨੂੰ ਉਹਨਾਂ ਦੇ ਸਕਿੱਲ ਸੈਟ ਨੂੰ ਮੈਚ ਕਰਦੀ ਹੋਵੇ। ਸੋ ਇਹ ਇੱਕ ਬੇਸਿਕ ਛੋਟੀ ਜਿਹੀ ਐਗਜ਼ਾਮਪਲ ਸੀਗੀ ਦੱਸਣ ਲਈ ਕਿ ਆਲਰੇਡੀ ਕਈ ਲੋਕ ਸਟਰਗਲ ਕਰ ਰਹੇ ਆ ਇਸ ਫੀਲਡ ਵਿੱਚ। ਸੋ the objective of this video is to hit that mindset। ਤੁਹਾਡੇ ਉਸ ਮਾਈਂਡਸੈਟ ਨੂੰ ਹਿੱਟ ਕਰਨਾ ਹੈ ਜਿਹਦੇ ਨਾਲ ਤੁਸੀਂ ਆਪਣੀ ਥੋੜੀ ਪ੍ਰੈਪਰੇਸ਼ਨ ਦਾ ਤਰੀਕਾ ਜਿਹੜਾ ਹੈਗਾ ਉਸ ਨੂੰ ਚੇਂਜ ਕਰੋ। ਕੋਸ਼ਿਸ਼ ਕਰੋ ਕਿ ਜਦੋਂ ਤੁਸੀਂ ਆਪਣੀ ਇੰਟਰਵਿਊ ਦੀ ਤਿਆਰੀ ਕਰ ਰਹੇ ਹੋ, ਔਖੇ ਤੋਂ ਔਖੇ ਸਵਾਲ ਨੂੰ ਲੱਭ ਲਓ। ਗੂਗਲ ਭਰਿਆ ਹੋਇਆ ਹੈ ਕਿ ਕਿਸ ਤਰ੍ਹਾਂ ਦੇ ਸਿਚੁਏਸ਼ਨ ਬੇਸਡ ਜਾਂ ਚੈਲੰਜਿੰਗ ਕੁਐਸਚਨਸ ਹੈਗੇ ਆ ਜਿਹੜੇ ਕਿ EMPLOYER ਪੁੱਛਦੇ ਆ। ਕਿਸੇ ਵੇਲੇ ਸਿੰਪਲ ਕੁਐਸਚਨ ਵੀ ਹੁੰਦੇ ਆ, ਜਿਸ ਤਰ੍ਹਾਂ ਵੇਅਰ ਡੂ ਯੂ ਸੀ ਯੋਰਸੈਲਫ ਇਨ ਦ ਨੈਕਸਟ 5 years। ਇਹ ਬੜਾ ਸਿੰਪਲ ਕੁਐਸਚਨ ਹੈ, ਲੇਕਿਨ ਇਹਦਾ ਜਿਹੜਾ ਜਵਾਬ ਹੈ ਉਹ ਡਿਪੈਂਡ ਕਰਦਾ ਹੈ ਕਿ ਤੁਸੀਂ ਕੀ ਦਿੰਦੇ ਹੋ ਔਰ ਉਸ ਨੂੰ EMPLOYER ਜਿਹੜਾ ਉਹ ਕਿੰਨਾ ਅਗਰੀ ਕਰਦਾ ਹੈ। ਇਸ ਕਰਕੇ ਕੁਛ ਇੱਕ ਟਿਪਸ ਹੈ ਜਿਹੜੇ ਆਈਡ ਲਾਈਕ ਟੂ ਸ਼ੇਅਰ ਵਿਥ ਯੂ ਵੈਨ ਯੂ ਆਰ ਐਕਚੁਅਲੀ ਪ੍ਰੀਪੇਅਰਿੰਗ ਟੂ ਅਪਲਾਈ ਫॉर ਅ ਜੌਬ। ਪਹਿਲੇ ਤਾਂ ਬਿਲਕੁਲ ਵੀ ਸੈਟਿਸਫਾਈਡ ਨਾ ਹੋ ਕਿ ਬਸ ਮੈਂ 4-5 ਜੌਬਸ ਅਪਲਾਈ ਕਰਤੀਆਂ, ਹੁਣ ਮੈਨੂੰ ਕਿਤੇ ਨਾ ਕਿਤੇ ਜਵਾਬ ਆ ਜਾਏਗਾ। ਦੂਸਰਾ, ਆਪਣੀ ਹਰ ਜੌਬ ਦੀ ਜਿਹੜੀ ਤੁਹਾਡੀ ਰਿਕੁਆਇਰਮੈਂਟ ਹੈਗੀ ਆ ਉਹ ਵੱਖਰੀ ਹੈ। ਇਸ ਕਰਕੇ ਆਪਣੇ ਰੈਜ਼ਿਊਮੇ ਨੂੰ, ਆਪਣੇ ਕਵਰ ਲੈਟਰ ਨੂੰ, ਆਪਣੀ ਚੈੱਕਲਿਸਟ ਨੂੰ ਉਸ ਹਿਸਾਬ ਨਾਲ ਕਸਟਮਾਈਜ਼ ਤੁਹਾਨੂੰ ਕਰਨਾ ਪਏਗਾ। ਆਪਣੇ ਕੰਪਿਊਟਰ ਲੈਪਟਾਪ 'ਚ ਵੱਖੋ ਵੱਖਰੇ ਫੋਲਡਰ ਬਣਾਉਣੇ ਪੈਣਗੇ। ਕੰਪਨੀ ਦੇ ਨਾਮ ਦੇ ਫੋਲਡਰ ਬਣਾਓ ਕਿ ਮੈਂ ਇੱਥੇ ਇਹ ਵਾਲਾ ਰੈਜ਼ਿਊਮੇ ਪਾਇਆ ਸੀਗਾ, ਇਸ ਡੇਟ ਨੂੰ ਪਾਇਆ ਸੀਗਾ, ਔਰ ਇਹਦੇ ਵਿੱਚ ਇਹ ਚੇਂਜਸ ਲੈ ਕੇ ਆਇਆ ਸੀਗਾ ਮੈਂ। ਔਰ ਚੇਂਜਸ ਜਿਹੜੇ ਕਰਦੇ ਆ ਉਹ ਤੁਸੀਂ ਆਪਣੀ ਮਰਜ਼ੀ ਦੇ ਚੇਂਜਸ ਨਹੀਂ ਕਰਨੇ, ਉਹ ਚੇਂਜਸ ਕਰਦੇ ਆ ਉਹ ਜੌਬ ਰਿਸਪੌਂਸਿਬਿਲਿਟੀਜ਼ ਨੂੰ ਪੜ੍ਹ ਕੇ ਕਿ ਉਹ ਜੌਬ ਰਿਸਪੌਂਸਿਬਿਲਿਟੀਜ਼ ਤੁਹਾਡੇ ਕੋਲ ਐਕਸਪੈਕਟ ਕੀ ਕਰ ਰਹੀਆਂ। ਮੈਂ ਬਹੁਤ ਸਾਰੇ ਇੰਟਰਵਿਊਜ਼ ਆਲਰੇਡੀ ਜਿਹੜੀਆਂ ਮਤਲਬ ਔਨਗੋਇੰਗ ਬੇਸਿਸ 'ਤੇ ਲੈਣਾ ਰਹਿਣਾ ਹੈ। ਮੈਂ ਕਈ ਵਾਰੀ ਦੇਖਦਾ ਹੈ ਕਿ ਜਦੋਂ ਅਸੀਂ ਕਿਸੇ ਵੀ ਰਿਜ਼ਿਊਮੇ ਨੂੰ ਪੁੱਲ ਆਊਟ ਕਰੀਦਾ ਹੈ ਤੇ ਕਈ ਵਾਰੀ ਇਹ ਸਮਝ ਨਹੀਂ ਆਉਂਦਾ ਕਿ ਇਸ ਬੰਦੇ ਨੇ ਇਸ ਜੌਬ ਲਈ ਅਪਲਾਈ ਕਿਉਂ ਕੀਤਾ। ਉਹਦਾ ਸਭ ਤੋਂ ਵੱਡਾ ਜਿਹੜਾ ਇੱਕ ਰੀਜ਼ਨ ਹੈਗਾ ਨਾ ਉਹ ਇਹ ਹੈ ਕਿ ਨਾ ਤੇ ਅਸੀਂ ਜੌਬ ਰਿਸਪੌਂਸਿਬਿਲਿਟੀਜ਼ ਪੜ੍ਹੀ ਦੀਆਂ, ਨਾ ਹੀ ਆਪਣੀ ਇੰਟੈਂਸ਼ਨ ਨੂੰ ਕਲੀਅਰ ਕਰ ਪਾਈਦਾ। ਜੇ ਕੋਈ ਫੋਰ ਐਗਜ਼ਾਮਪਲ ਜੇ ਕੋਈ ਸਟੂਡੈਂਟ ਹੈ ਉਹ ਐਜ਼ ਅ ਡਿਸ਼ ਵਾਸ਼ਰ ਕੰਮ ਕਰ ਰਿਹਾ ਕਿਸੇ ਰੈਸਟੋਰੈਂਟ ਵਿੱਚ, ਤੁਸੀਂ ਦੇਖੋ ਉਹਨੇ ਇੱਕ ਕਸਟਮਰ ਕੇਅਰ ਲਈ ਕੀ ਕਹਿੰਦੇ ਆ ਉਹ ਜੌਬ ਅਪਲਾਈ ਕਰਤੀ। ਹੁਣ ਜਦ ਤੱਕ ਤੁਸੀਂ ਆਪਣੀ ਇੰਟੈਂਸ਼ਨ ਵਿੱਚ ਨਹੀਂ ਦੱਸੋਗੇ ਤੁਹਾਡਾ ਰਿਜ਼ਿਊਮੇ ਕਦੀ ਵੀ ਸ਼ਾਰਟਲਿਸਟ ਨਹੀਂ ਹੋਏਗਾ। ਇਸ ਕਰਕੇ ਤੁਸੀਂ ਕਵਰ ਲੈਟਰ ਬਣਾਓ, ਉਹਦੇ 'ਚ ਆਪਣੀ ਪ੍ਰੈਜ਼ੈਂਟ ਸਿਚੁਏਸ਼ਨ ਦੱਸੋ ਕਿ ਤੁਸੀਂ ਐਜ਼ ਅ ਡਿਸ਼ ਵਾਸ਼ਰ ਕੰਮ ਕਰ ਰਹੇ ਹੋ, ਲੇਕਿਨ ਫॉर ਸੋ ਐਂਡ ਸੋ ਰੀਜ਼ਨ ਤੁਸੀਂ ਇਸ ਜੌਬ ਨੂੰ ਅਪਲਾਈ ਕਰ ਰਹੇ ਹੋ ਕਿਉਂਕਿ ਇਹ ਹੋ ਸਕਦਾ ਹੈ ਕਿ ਤੁਸੀਂ ਉਸ ਡਿਸ਼ ਵਾਸ਼ਰ ਜੌਬ ਨੂੰ ਸਿਰਫ ਔਰ ਸਿਰਫ ਐਜ਼ ਅ ਸਾਈਡ ਜੌਬ ਰੱਖਣਾ ਚਾਹੁੰਦੇ ਹੋ, ਲੇਕਿਨ ਤੁਹਾਡਾ ਉਹ ਮੇਨ KRA ਨਹੀਂ ਹੈ, ਤੁਹਾਡਾ ਉਹ ਸਕਿੱਲ ਸੈਟ ਨਹੀਂ ਹੈ, ਤੁਹਾਡਾ ਸਕਿੱਲ ਸੈਟ ਕਸਟਮਰ ਕੇਅਰ ਵਿੱਚ ਹੈ।
ਜਾਂ ਹੋ ਸਕਦਾ ਹੈ ਕਿ ਕਿਸੇ ਬੀਇੰਗ ਅ ਟੈਕਨੀਸ਼ੀਅਨ ਤੁਸੀਂ ਤੁਹਾਡੇ ਕੋਲ ਉਹ ਸਕਿੱਲ ਸੈਟ ਹੈ ਜਾਂ ਤੁਹਾਡੇ ਕੋਲ ਐਜੂਕੇਸ਼ਨ ਹੈ, ਐਕਸਪੀਰੀਅੰਸ ਨਾ ਵੀ ਹੋਵੇ ਕੋਈ ਪ੍ਰੋਬਲਮ ਨਹੀਂ ਹੈ, ਐਜ਼ ਲੌਂਗ ਐਜ਼ ਜਦ ਤੱਕ ਤੁਸੀਂ ਆਪਣੀ ਇੰਟੈਂਸ਼ਨ ਹੈ ਕਲੀਅਰ ਕਰ ਰਹੇ ਹੋ ਦੈਟ ਯੂ ਆਰ ਰੈਡੀ ਟੂ ਲਰਨ। ਲੇਕਿਨ ਉਹ ਜਿਹੜੀ ਲਰਨਿੰਗ ਹੈ, ਉਹ ਜਿਹੜਾ ਮੈਸੇਜ ਹੈ, ਉਹ ਰਿਜ਼ਿਊਮੇ 'ਚ ਨਹੀਂ ਦਿਖਾ ਪਾਉਂਦਾ। ਰਿਜ਼ਿਊਮੇ 'ਚ ਸਿਰਫ ਕੀ ਹੈ, ਨਾਮ ਲਿਖਿਆ ਹੋਇਆ ਹੈ, ਤੁਹਾਡਾ ਈਮੇਲ ਐਡਰੈਸ ਹੈ, ਤੁਹਾਡਾ ਫੋਨ ਨੰਬਰ ਹੈ, ਔਰ ਜੋ ਤੁਸੀਂ ਕੀਤਾ ਹੈ, ਜਿੱਥੇ ਜਿੱਥੇ ਜਿਹੜੇ ਕੰਮ ਕੀਤੇ ਆ ਉਹਨਾਂ ਬਾਰੇ ਉਹ ਬਿਊਰਾ ਦਿੱਤਾ ਹੋਇਆ ਹੈ। ਲੇਕਿਨ ਉਹ ਇਹ ਨਹੀਂ ਦੱਸ ਰਿਹਾ ਐਮਪਲੋਇਰ ਨੂੰ ਕਿ ਤੁਸੀਂ ਇਹ ਟ੍ਰਾਂਜੀਸ਼ਨ ਕਿਉਂ ਕਰਨਾ ਚਾਹੁੰਦੇ ਹੋ। ਇਹ ਸੀਗਾ ਇੱਕ ਇਸ ਤਰ੍ਹਾਂ ਦਾ ਐਗਜ਼ਾਮਪਲ ਕਿ ਜਿਹਦੇ ਵਿੱਚ ਤੁਸੀਂ ਆਪਣੀ ਇੱਕ ਇੰਡਸਟਰੀ ਟਾਈਪ ਚੇਂਜ ਕਰ ਰਹੇ ਹੋ ਜਾਂ ਆਪਣੀ ਜੌਬ ਦੀ ਨੇਚਰ ਚੇਂਜ ਕਰ ਰਹੇ ਹੋ। ਮੰਨ ਲਓ ਜੇ ਤੁਸੀਂ ਉਹ ਨਹੀਂ ਚੇਂਜ ਕਰ ਰਹੇ, ਮੰਨ ਲਓ ਤੁਸੀਂ ਇੱਕ ਜੌਬ ਤੋਂ ਦੂਸਰੀ ਜੌਬ 'ਤੇ ਮੇਬੀ ਸੇਮ ਲੈਵਲ 'ਤੇ ਹੀ ਅਪਲਾਈ ਕਰ ਰਹੇ ਹੋ, ਲੇਕਿਨ ਤਦ ਵੀ ਇਹ ਮੈਸੇਜ ਨਹੀਂ ਕਲੀਅਰ ਕਰ ਪਾ ਰਹੇ ਕਿ ਤੁਸੀਂ ਉਸ ਜੌਬ ਲਈ ਕਿਉਂ ਅਪਲਾਈ ਕਰ ਰਹੇ ਹੋ। ਤਦ ਵੀ ਐਮਪਲੋਇਰ ਜਿਹੜੇ ਹੈਗੇ ਆ ਉਹ ਤੁਹਾਡੇ ਰੈਜ਼ਿਊਮੇਸ ਨੂੰ ਸ਼ਾਰਟਲਿਸਟ ਨਹੀਂ ਕਰਦੇ। ਉਹਦਾ ਸਭ ਤੋਂ ਵੱਡਾ ਰੀਜ਼ਨ ਇਹ ਹੈ ਕਿ ਸਭ ਤੋਂ ਪਹਿਲੇ ਤੇ ਇੱਕ ਐਮਪਲੋਇਰ ਸਟੈਬਿਲਿਟੀ ਲੱਭਦਾ ਹੈ। ਜੇ ਤੁਸੀਂ ਆਪਣੇ ਰਿਜ਼ਿਊਮੇ ਵਿੱਚ ਬਹੁਤ ਸਾਰੇ ਛੋਟੇ ਸ਼ਾਰਟ ਟਰਮ ਅਸਾਈਨਮੈਂਟਸ ਪਾਏ ਆ ਕਿ ਮੈਂ 3-4 ਮਹੀਨੇ ਇੱਥੇ ਕੰਮ ਕੀਤਾ, ਫਿਰ 6 ਮਹੀਨੇ ਉੱਥੇ ਕੰਮ ਕੀਤਾ, ਜਾਂ 8-10 ਮਹੀਨੇ ਇੱਥੇ ਕੰਮ ਕੀਤਾ, 1 ਸਾਲ ਮੈਂ ਇੱਥੇ ਕਰ ਲਿਆ, ਫਿਰ 1.5 ਸਾਲ ਮੈਂ ਇੱਥੇ ਕਰ ਲਿਆ। ਜਦ ਐਮਪਲੋਇਰ ਨੇ ਦੇਖਿਆ ਕਿ ਜਦੋਂ ਤੁਸੀਂ ਪਿਛਲੇ 2 ਸਾਲ ਤੋਂ ਛੋਟੇ ਅਸਾਈਨਮੈਂਟਸ ਕਰ ਰਹੇ ਹੋ, ਇਹਦਾ ਮੈਸੇਜ ਤੁਸੀਂ ਇਹ ਦੇ ਰਹੇ ਹੋ ਉਹਨੂੰ ਕਿ ਮੈਂ ਸਟੇਬਲ ਨਹੀਂ ਹੈ, ਕੋਈ ਵੱਡੀ ਗੱਲ ਨਹੀਂ ਹੈ ਕਿ ਤੁਸੀਂ ਮੈਨੂੰ ਹਾਇਰ ਕਰ ਲਓਗੇ, ਲੇਕਿਨ ਮੈਂ ਫਿਰ ਵੀ 3-4 5-6 ਮਹੀਨੇ ਬਾਅਦ ਤੁਹਾਨੂੰ ਛੱਡ ਕੇ ਟਾਟਾ ਬਾਏ ਬਾਏ ਕਰਕੇ ਚਲਾ ਜਾਊਂਗਾ। ਮਤਲਬ ਅਸੀਂ ਇੱਕ ਤਰ੍ਹਾਂ ਆਪਣੀ ਰਿਜੈਕਸ਼ਨ ਨੂੰ ਸਿਲਵਰ ਟਰੇ ਤੇ ਖੁਦ ਹੀ ਸਰਵ ਕਰ ਰਹੇ ਹਾਂ। ਦੂਸਰੀ ਚੀਜ਼ ਹੈ ਕਿ ਕਨਵਿੰਸਿੰਗ ਹੋ ਕੇ ਆਉਣਾ। ਜੇ ਤੁਸੀਂ ਮੰਨ ਲਓ ਇਹਦਾ ਇਹ ਵੀ ਮਤਲਬ ਨਹੀਂ ਹੈ ਕਿ ਜਿਨ੍ਹਾਂ ਨੇ ਆਲਰੇਡੀ ਅਜੇ ਜੌਬ ਚੇਂਜ ਇਸ ਤਰ੍ਹਾਂ ਸ਼ਾਰਟ ਟਰਮ ਲਈ ਕੀਤੀਆਂ ਤੇ ਇਹਦਾ ਮਤਲਬ ਹੈ ਕਿ ਉਹਨਾਂ ਨੂੰ ਜੌਬਸ ਨਹੀਂ ਮਿਲਣੀਆਂ ਚਾਹੀਦੀਆਂ। ਆਫਕੋਰਸ ਮਿਲਣੀਆਂ ਚਾਹੀਦੀਆਂ, ਦੇ ਡਿਜ਼ਰਵ ਇਕੁਅਲ ਚਾਂਸਸ। ਲੇਕਿਨ ਉਸ ਟਾਈਮ ਤੇ ਤੁਹਾਨੂੰ ਨਿਕਲ ਕੇ ਕਿਸ ਤਰ੍ਹਾਂ ਆਉਣਾ ਹੈ, ਤੁਸੀਂ ਆਪਣਾ ਮੈਸੇਜ ਕਿਸ ਤਰ੍ਹਾਂ ਕਲੀਅਰ ਕਰਨਾ ਹੈ, ਅਸੀਂ ਉਸ ਬਾਰੇ ਥੋੜ੍ਹੀ ਜਿਹੀ ਗੱਲ ਕਰਦੇ ਹਾਂ। ਉਸ ਵਿੱਚ ਆਉਂਦਾ ਹੈ ਤੁਹਾਡੀ ਪ੍ਰੈਪਰੇਸ਼ਨ ਉਸ ਇੰਟਰਵਿਊ ਦੀ। ਸਭ ਤੋਂ ਪਹਿਲੇ ਕੋਸ਼ਿਸ਼ ਕਰੋ ਕਿ ਤੁਹਾਡੇ ਰਿਜ਼ਿਊਮੇ ਵਿੱਚ ਕਿਸੇ ਵੀ ਤਰੀਕੇ ਦਾ ਐਮਪਲੋਇਮੈਂਟ ਗੈਪ ਨਾ ਹੋਵੇ। ਹੋਰ ਵੈਨ ਆਈ ਸੇ ਕਿ ਐਮਪਲੋਇਮੈਂਟ ਗੈਪ ਨਾ ਹੋਵੇ, ਇਹਦਾ ਸਿੱਧਾ ਜਿਹਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਡੇਟਸ ਨੂੰ ਝੂਠਾ ਲਿਖਣਾ ਹੈ। ਇਹਦਾ ਸਿੱਧਾ ਜਿਹਾ ਮਤਲਬ ਹੈ ਕਿ ਐਮਪਲੋਇਮੈਂਟ ਗੈਪ ਲੈ ਕੇ ਹੀ ਨਾ ਆਓ। ਦੂਸਰੀ ਚੀਜ਼ ਹੈ ਕਿ ਜਸਟ ਇਨ ਕੇਸ ਅਗਰ ਕਿਸੇ ਵੀ ਰੀਜ਼ਨ ਨਾਲ ਤੁਹਾਡਾ ਐਮਪਲੋਇਮੈਂਟ ਗੈਪ ਆ ਗਿਆ, ਸਭ ਤੋਂ ਪਹਿਲੇ ਕੋਸ਼ਿਸ਼ ਕਰੋ ਕਿ ਤੁਹਾਡੇ ਕੋਲ ਉਹਦਾ ਇੱਕ ਲੈਜਿਟਿਮੇਟ ਰੀਜ਼ਨ ਹੋਵੇ ਕਿ ਜਿਹੜਾ ਤੁਸੀਂ ਆਪਣੇ ਐਮਪਲੋਇਰ ਨੂੰ ਕਲੀਅਰਲੀ ਦੱਸ ਰਹੇ ਹੋ ਕਿ ਹਾਂ ਬਈ ਮੇਰੀ ਇਹ ਵਜ੍ਹਾ ਹੋਈ। ਆਪਣੇ ਆਪ ਨੂੰ ਪਹਿਲੇ ਪ੍ਰਿਪੇਅਰ ਕਰੋ ਕਿ ਐਮਪਲੋਇਰ ਮੇਰੇ ਰਿਜ਼ਿਊਮੇ ਨੂੰ ਦੇਖ ਕੇ ਕਿਸ ਤਰ੍ਹਾਂ ਸਵਾਲ ਪੁੱਛੇਗਾ। ਇਹਦੀ ਛੋਟੀ ਜਿਹੀ ਇੱਕ ਐਕਸਰਸਾਈਜ਼ ਹੈ ਜਿਹੜੀ ਆਪਣੇ ਟਾਈਮ ਤੇ ਮੈਂ ਵੀ ਕੀਤੀ ਆ। ਮੈਂ ਆਪਣਾ ਰਿਜ਼ਿਊਮੇ ਬਣਾਇਆ ਔਰ ਮੇਰੇ ਰਿਜ਼ਿਊਮੇ 'ਚ ਅਨਫੋਰਚੂਨੇਟਲੀ ਥੋੜ੍ਹਾ ਜਿਹਾ ਐਮਪਲੋਇਮੈਂਟ ਗੈਪ ਸੀਗਾ ਔਰ ਇੱਕ ਅੱਧੀ ਕੰਪਨੀ 'ਚ ਮੇਰਾ ਵੀ 8 ਜਾਂ 10 ਮਹੀਨੇ ਦਾ ਐਕਸਪੀਰੀਅੰਸ ਸੀ। ਹੋਰ ਕਿਉਂਕਿ ਬਿਕਾਜ਼ ਇਟ ਡਿਡ ਨਾਟ ਵਰਕ ਆਊਟ ਫॉर ਮੀ, ਮੈਂ ਵੀ ਉਹ ਜੌਬ ਸਵਿਚ ਕੀਤੀ। ਸੋ ਮੈਂ ਉਹਨੂੰ ਕਿਸ ਤਰ੍ਹਾਂ ਕਵਰ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਸਿੰਪਲੀ ਆਪਣੀ ਤਿਆਰੀ ਤੇ ਫੋਕਸ ਕੀਤਾ। ਮੈਂ ਕੀ ਕੀਤਾ, ਮੈਂ ਆਪਣੇ ਰਿਜ਼ਿਊਮੇ ਦੇ ਉੱਤੇ ਜਿਹੜਾ ਨਾਮ ਸੀਗਾ ਨਾ ਉਹ ਚੇਂਜ ਕਰਕੇ ਕਿਸੇ ਵੀ ਬੰਦੇ ਦਾ ਰੱਖਤਾ। ਮੰਨ ਲਓ ਇਸ ਤਰ੍ਹਾਂ ਕਿਸੇ ਦੇ ਬੰਦੇ ਦਾ ਰੱਖਤਾ ਜਦੋਂ ਮੈਂ ਜਾਣਦਾ ਨਹੀਂ ਬਟ ਮੈਂ ਨਾਮ ਸੁਣਿਆ, ਜਾਂ ਕੋਈ ਵੀ ਰੈਂਡਮ ਨਾਮ ਰੱਖਤਾ। ਹੁਣ ਉਸ ਵੇਲੇ ਤੁਸੀਂ ਇੱਕ ਇੰਟਰਵਿਊਅਰ ਬਣ ਜਾਓ, ਉਸ ਰਿਜ਼ਿਊਮੇ ਨੂੰ ਪੜ੍ਹੋ, ਦੇਖੋ ਕਿ ਇਹਦੇ ਵਿੱਚ ਤੁਹਾਨੂੰ ਕਿਹੜੇ ਸਵਾਲ ਆ ਰਹੇ ਆ, ਕਿਉਂਕਿ ਇਹ ਹੁਣ ਤੁਹਾਡਾ ਰਿਜ਼ਿਊਮੇ ਨਹੀਂ ਹੈ, ਇਹ ਤਾਂ ਹੁਣ ਉਸ ਬੰਦੇ ਦਾ ਰਿਜ਼ਿਊਮੇ ਜਿਹਦਾ ਨਾਮ ਤੁਸੀਂ ਆਲਰੇਡੀ ਟੌਪ ਤੇ ਲਿਖ ਲਿਆ। ਤੁਹਾਨੂੰ ਆਟੋਮੈਟਿਕਲੀ ਸਵਾਲ ਆਉਣਗੇ ਕਿ ਯਾਰ ਇਹ ਬੰਦਾ ਕੀ ਕਹਿ ਰਿਹਾ, ਕਿ ਕਿਤੇ ਨਾ ਕਿਤੇ ਕੋਈ ਚੀਜ਼ ਮੈਚ ਨਹੀਂ ਕਰ ਰਹੀ। ਜਾਂ ਤੇ ਹੋ ਸਕਦਾ ਐਮਪਲੋਇਮੈਂਟ ਡੇਟ ਵਿੱਚ ਗੜਬੜੀ ਆ। ਅੱਛਾ, ਐਮਪਲੋਇਮੈਂਟ ਡੇਟ ਦੀ ਗੜਬੜੀ ਵੀ ਸੁਣ ਲਓ। ਮੈਕਸਿਮਮ ਕੰਪਨੀਜ਼ ਆਪਣੀ ਡਿਊ ਡਿਲੀਜੈਂਸ ਕਰਦੀਆਂ ਅੱਜ ਦੀ ਡੇਟ ਵਿੱਚ ਰੈਫਰੈਂਸ ਚੈੱਕ ਵਿੱਚ। ਜੇ ਉੱਥੇ ਤੁਹਾਡੀ ਡਿਟੇਲਸ ਮੈਚ ਨਹੀਂ ਹੋਈ ਆ, ਮੋਸਟ ਲਾਈਕਲੀ ਉਹ ਤੁਹਾਨੂੰ ਇੱਕ ਟੈਗ ਲਗਾ ਦੇਣਗੇ ਕਿ ਇਹ ਰਿਲਾਇਬਲ ਕੈਂਡੀਡੇਟ ਨਹੀਂ ਹੈ। ਔਰ ਹਾਲਾਂਕਿ ਇਹ ਸਟੇਜ ਜਿਹੜੀ ਆਉਂਦੀ ਹੈ ਬਹੁਤ ਬਾਅਦ ਦੀ ਆਉਂਦੀ ਹੈ। ਸਭ ਤੋਂ ਪਹਿਲੀ ਸਟੇਜ ਆਉਂਦੀ ਹੈ ਤੁਹਾਡੇ ਰਿਜ਼ਿਊਮੇ ਸ਼ਾਰਟਲਿਸਟ ਹੋਣ ਦੀ। ਸੋ ਜਦੋਂ ਅਸੀਂ ਸ਼ਾਰਟਲਿਸਟਿੰਗ ਦੀ ਗੱਲ ਕਰਦੇ ਹਾਂ, ਉਸ ਵੇਲੇ ਅਸੀਂ ਇਹ ਕਹਿੰਦੇ ਹਾਂ ਕਿ ਆਪਣੀ ਇੰਟੈਂਸ਼ਨ, ਆਪਣੇ ਮੈਸੇਜ ਨੂੰ ਐਜ਼ ਇਨ ਅ ਕਵਰ ਲੈਟਰ ਜ਼ਰੂਰ ਲਿਖੋ। ਭਾਵੇਂ ਤੁਸੀਂ ਇੱਕ ਛੋਟੀ ਬੇਸਿਕ ਜੌਬ ਕਰ ਰਹੇ ਹੋ, ਚਾਹੇ ਤੁਸੀਂ ਇੱਕ ਇਸ ਤਰ੍ਹਾਂ ਦੀ ਜੌਬ ਕਰ ਰਹੇ ਹੋ ਜਿਹੜੀ ਤੁਹਾਨੂੰ ਬੇਸਿਕ ਪੇ ਦੇ ਰਹੀ ਹੈ, ਜਾਂ ਕੋਈ ਇਸ ਤਰ੍ਹਾਂ ਦੀ ਜੌਬ ਕਰ ਰਹੇ ਹੋ ਕਿ ਹੋ ਸਕਦਾ ਹੈ ਕਿ ਉਹ ਤੁਸੀਂ ਐਜ਼ ਅ ਵੋਲੰਟੀਅਰ ਐਕਸਪੀਰੀਅੰਸ ਵੀ ਲੈ ਰਹੇ ਹੋ। ਇੰਟੈਂਸ਼ਨ ਕਲੀਅਰ ਹੋਏਗੀ ਜਦੋਂ ਤੁਸੀਂ ਉਸ ਇੰਟੈਂਸ਼ਨ ਨੂੰ ਆਪਣੇ ਕਵਰ ਲੈਟਰ ਤੇ ਪਾਓਗੇ। ਸਿਰਫ ਬਲਾਈਂਡਲੀ ਇੱਕ ਰਿਜ਼ਿਊਮੇ ਹੈ, ਉਹਨੂੰ ਉਹੀ ਰਿਜ਼ਿਊਮੇ ਨੂੰ ਪਿਛਲੇ 2-4-5 ਮਹੀਨੇ ਤੋਂ ਹਰ ਜਗ੍ਹਾ ਪੇਸਟ ਕਰਨ ਨਾਲ ਕਦੀ ਵੀ ਜੌਬ ਨਹੀਂ ਮਿਲਦੀ। ਕੋਈ ਬਹੁਤ ਹੀ ਫਰਸਟ੍ਰੇਟਡ ਜਾਂ ਬਹੁਤ ਹੀ ਜਿਹਨੂੰ ਕਹਿੰਦੇ ਨੇ ਕਿ ਇਸ ਤਰ੍ਹਾਂ ਦਾ ਐਮਪਲੋਇਰ ਜਿਹੜਾ ਕਿ ਪਰਵਾਹ ਵੀ ਨਹੀਂ ਕਰਦਾ ਕਿ ਮੇਰੇ ਕੋਲ ਬੱਚਾ ਅੱਜ ਲੈ ਆਇਆ ਹੈ ਔਰ ਹੋ ਸਕਦਾ ਮਹੀਨੇ ਬਾਅਦ ਨਾ ਰੁਕੇ, ਉਹ ਸ਼ਾਇਦ ਇਸ ਰਿਜ਼ਿਊਮੇ ਨੂੰ ਸਿਲੈਕਟ ਕਰਕੇ ਤੁਹਾਨੂੰ ਕਾਲ ਕਰ ਦੇ, ਲੇਕਿਨ ਤਦ ਵੀ ਕੋਈ ਪੋਸੀਬਿਲਿਟੀ ਕੋਈ 100% ਨਹੀਂ ਹੈ ਕਿ ਤੁਹਾਨੂੰ ਉਹ ਜੌਬ ਮਿਲ ਜਾਏਗੀ। ਸੋ ਸਭ ਤੋਂ ਪਹਿਲਾਂ ਇਸ ਪੂਰੇ ਦੇ ਪੂਰੇ ਟੌਪਿਕ ਵਿੱਚ ਜਿਹੜੀ ਅਸੀਂ ਗੱਲ ਕਰ ਰਹੇ ਸੀਗੇ ਉਹ ਹੈ ਕਿ ਆਪਣੀ ਤਿਆਰੀ ਰੱਖੋ, ਆਪਣੇ ਕੁਐਸਚਨਸ ਜਿਹੜੇ ਹੈਗੇ ਆ ਉਹਨਾਂ ਦੀ ਤਿਆਰੀ ਰੱਖੋ। ਪਾਵਰ ਵਰਡਸ ਯੂਜ਼ ਕਰੋ। ਜਿਸ ਵੇਲੇ ਤੁਸੀਂ ਐਕਨੋਲੇਜ ਕਰਦੇ ਹੋ,
ਯੈਸ ਨੋ। ਤੁਸੀਂ ਕੋਸ਼ਿਸ਼ ਕਰੋ ਕਿ ਇਸ ਤਰ੍ਹਾਂ ਦੀ ਐਕਨੋਲੇਜਮੈਂਟ ਰੱਖੋ ਕਿ ਜਿਹਦੇ ਨਾਲ ਤੁਸੀਂ ਥੋੜੇ ਜਿਹੇ ਕਨਵਿੰਸਿੰਗ ਨਿਕਲ ਕੇ ਆ ਰਹੇ ਹੋ। ਕੋਸ਼ਿਸ਼ ਕਰੋ ਆਈ ਕੰਟੈਕਟ ਮੇਨਟੇਨ ਰੱਖੋ। ਕੋਸ਼ਿਸ਼ ਕਰੋ ਤੁਹਾਡੀ ਬਾਡੀ ਲੈਂਗੁਏਜ ਜਿਹੜੀ ਹੈ ਉਹ ਫਿਡਲਿੰਗ ਨਾ ਹੋਏ ਕਿ ਜ਼ਰੂਰੀ ਹੈ, ਕਿਉਂਕਿ ਐਮਪਲੋਇਰ ਜਿਹੜੇ ਆ ਉਹ ਇਹ ਸਾਰੀਆਂ ਚੀਜ਼ਾਂ ਦੇਖਦੇ ਆ। ਹੋਰ ਅਨਦਰ ਵੈਰੀ ਇੰਪੋਰਟੈਂਟ ਥਿੰਗ ਕਿ ਜਦੋਂ ਵੀ ਇੱਕ ਮੰਨ ਲਓ ਤੁਹਾਡੇ ਨਾਲ ਇੱਕ ਟੈਲੀਫੋਨਿਕ ਰਾਊਂਡ ਹੋਇਆ, ਹੋਰ ਉਹਦੇ ਬਾਅਦ ਤੁਹਾਡਾ ਇੱਕ ਇੰਟਰਵਿਊ ਹੋਇਆ ਫੇਸ ਟੂ ਫੇਸ, ਉਹਦੇ ਵਿੱਚ ਤੁਹਾਡੇ ਦੋਨਾਂ ਦੇ ਜਿਹੜੇ ਆਨਸਰਸ ਨੇ ਉਹ ਮੈਚ ਕਰਨੇ ਬੜੇ ਜ਼ਰੂਰੀ ਹੈ। ਕਿਉਂਕਿ ਅਗਰ ਜਰਾ ਜਿਹਾ ਵੀ ਡਿਫਰੈਂਸ ਆ ਗਿਆ, ਉੱਥੇ ਐਮਪਲੋਇਰ ਨੂੰ ਲੱਗਦਾ ਹੈ ਕਿ ਨਹੀਂ, ਸ਼ਾਇਦ ਦਿਸ ਇਜ਼ ਨਾਟ ਦ ਰਾਈਟ ਕੈਂਡੀਡੇਟ। ਸੋ ਆਈ ਹੋਪ ਇਹ ਛੋਟੀ ਛੋਟੀ ਟਿਪਸ ਹੈਗੀਆਂ ਜਿਹੜੀਆਂ ਕਿ ਤੁਹਾਨੂੰ ਹੈਲਪ ਕਰਨਗੀਆਂ। ਹਾਊਐਵਰ ਮੈਂ ਫਿਰ ਵੀ ਐਨੀ ਚੀਜ਼ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗਾ ਕਿ ਬੀਇੰਗ ਪ੍ਰੀਪੇਅਰਿੰਗ ਯੋਰਸੈਲਫ ਟੂ ਬੀ ਰੈਡੀ ਫॉर ਅ ਜੌਬ, ਫॉर ਅਪਲਾਈਂਗ ਫॉर ਅ ਜੌਬ, ਇਹ ਇੰਨਾ ਵਾਸਟ ਟੌਪਿਕ ਹੈ ਕਿ ਇਹਦੇ 'ਤੇ ਮੈਨੂੰ ਲੱਗਦਾ ਹੈ ਕਿ ਸਾਨੂੰ ਬਹੁਤ ਸਾਰੇ ਵੀਡੀਓਜ਼ ਬਣਾਉਣੇ ਪੈਣਗੇ। ਛੋਟੇ ਛੋਟੇ ਇਸ਼ੂਜ਼ ਨੂੰ ਟੱਚ ਅਪਨ ਕਰਕੇ ਤੁਹਾਡੇ ਅੱਗੇ ਲਿਆ ਕੇ ਰੱਖਣਾ ਪਏਗਾ, ਜਿਹਦੇ ਨਾਲ ਤੁਹਾਨੂੰ ਇਹ ਕਲੈਰਿਟੀ ਮਿਲੇਗੀ ਕਿ ਕਿਹੜੀ ਇਸ ਤਰ੍ਹਾਂ ਦੀ ਗਲਤੀ ਹੈ ਜਿਹੜੀ ਸਾਡੇ ਲਈ ਛੋਟੀ ਹੋ ਸਕਦੀ ਹੈ ਲੇਕਿਨ ਉਹ ਤੁਹਾਡੀ ਉਸ ਜੌਬ ਦੀ ਓਪਰਚੁਨਿਟੀ ਲਈ ਬਹੁਤ ਵੱਡੀ ਹੁੰਦੀ ਹੈ। ਸੋ ਫਰੈਂਡਸ, ਮੋਸਟ ਲਾਈਕਲੀ ਅਸੀਂ ਇਸ ਤਰ੍ਹਾਂ ਦੇ ਹੋਰ ਵੀਡੀਓਜ਼ ਲੈ ਕੇ ਆਵਾਂਗੇ। ਮੀਨਵਾਈਲ ਜੇ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰੋ। ਹੋਰ ਕੋਸ਼ਿਸ਼ ਜ਼ਰੂਰ ਕਰੋ ਕਿ ਸਾਡੇ ਨਾਲ ਬਣੇ ਰਹੋ। ਜੇ ਤੁਹਾਨੂੰ ਕੋਈ ਪਰਸਨਲ ਲੈਵਲ ਤੇ ਸਵਾਲ ਪੁੱਛਣਾ ਹੈ, ਜੇ ਤੁਹਾਡੀ ਕੱਲ ਇੰਟਰਵਿਊ ਹੈ, ਹੋਰ ਤੁਹਾਨੂੰ ਕਿਸੇ ਵੀ ਤਰੀਕੇ ਦੀ ਹੈਲਪ ਚਾਹੀਦੀ ਹੈ, do reach out to us. We'll be more than happy to help you. Thank you and have yourself a good day. Bye-bye.